ਅੱਠਵੀਂ ਪੌੜੀ ਰਾਮਾ ਸਾਹਿਬ ਸੰਗਤ ਜੀ ਜਪਜੀ ਸਾਹਿਬ। ਵਾਹਿਗੁਰੂ ਸਾਹਿਬ ਜੀ ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਰ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਕੋਹਿ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕਿਰਪਾ ਕਰ ਰਹੇ ਹਨ ਇਸ ਸ਼ਬਦ ਰਾਹੀਂ, ਆਓ ਸਾਰੀ ਸੰਗਤ ਨਾਲ ਮਿਲ ਕੇ ਇਸ ਦੀ ਵਿਚਾਰ ਸਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਵਾਸਤੇ ਸਾਰੇ ਪਿਆਰ ਨਾਲ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਐ ਸਿੱਧ ਪੀਰ ਸੁਰਨਾਥ। ਧੰਨ ਗੁਰੂ ਨਾਨਕ ਦੇਵ ਜੀ ਕੋਲ ਸਿੱਧਾਂ ਨੇ ਪ੍ਰਸ਼ਨ ਕੀਤਾ ਹੈ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਕੇ ਦੱਸਿਆ ਕਿ ਵੱਡੀ ਉਮਰ ਨਾਲ ਕੁਝ ਪ੍ਰਾਪਤੀ ਨਹੀਂ ਹੁੰਦੀ, ਜੇ ਕੁਝ ਪ੍ਰਾਪਤ ਹੁੰਦਾ ਹੈ ਤੇ ਉਹਦੀ ਨਦਰ ਨਾਲ ਪ੍ਰਾਪਤ ਹੁੰਦਾ ਹੈ। ਤੇ ਆਪ ਜੀ ਨੇ ਇਹ ਵੀ ਕਿਰਪਾ ਕੀਤੀ ਕਿ ਉਹ ਗੁਣਾਂ ਦਾ ਖਜ਼ਾਨਾ ਹੈ ਵਾਹਿਗੁਰੂ, ਜਿਹੜੇ ਨਿਰਗੁਣ ਲੋਕ ਹਨ ਉਹਨਾਂ ਉੱਤੇ ਉਹ ਗੁਣ ਕਰਦਾ ਹੈ ਤੇ ਉਸ ਕੋਲ ਗੁਣਾਂ ਦਾ ਬਹੁਤ ਵੱਡਾ ਖਜ਼ਾਨਾ ਜਿਹੜਾ ਐਸਾ ਵਾਹਿਗੁਰੂ ਹੈ ਜਿਹਦੇ ਉੱਤੇ ਗੁਣ ਹੋਰ ਕੋਈ ਕਰ ਹੀ ਨਹੀਂ ਸਕਦਾ, ਉਹਦੀ ਪ੍ਰਾਪਤੀ ਕਿਵੇਂ ਹੋਵੇ ਆਪ ਜੀ ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਜੀ ਉਹਨੂੰ ਪਹਿਲਾ ਸਾਧਨ ਦੱਸਦੇ ਹਨ, ਪਹਿਲਾ ਪਰਮੇਸ਼ਰ ਦੀ ਪ੍ਰਾਪਤੀ ਦਾ, ਜੋ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਹੋ ਜਾਣਾ, ਉਹਦਾ ਪਹਿਲਾ ਸਾਧਨ ਸਤਿਗੁਰੂ ਜੀ 4 ਪੌੜੀਆਂ ਵਿੱਚ ਵਰਣਨ ਕਰਦੇ ਹਨ। ਸਿੱਧਾਂ ਨੇ ਵੀ ਪੁੱਛਿਆ ਜੋ ਏਡਾ ਗਿਆਨਵਾਨ ਪਰਮੇਸ਼ਰ ਹੈ ਉਹਦੇ ਗਿਆਨ ਨੂੰ ਸੁਣਨ ਦਾ ਕੋਈ ਫਾਇਦਾ ਵੀ ਹੁੰਦਾ ਹੈ? ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੁਣਨਾ ਕਰੋ ਸਿੱਧੋ, ਸੁਣਿਐ ਸਿੱਧ ਪੀਰ ਸੁਰਨਾਥ। ਸੁਣਨ ਨਾਲ ਹੀ ਪਦਵੀਆਂ ਪ੍ਰਾਪਤ ਹੋਈਆਂ ਹਨ, ਕਿਉਂਕਿ ਪਹਿਲੀ ਭਗਤੀ ਜਿਹੜੀ 9 ਪ੍ਰਕਾਰ ਦੀ ਹੈ ਨਾ, ਭਗਤ ਨਵੈ ਪ੍ਰਕਾਰਾ ਪੰਡਤ ਵੇਦ ਪੁਕਾਰਾ, ਉਹ ਸੁਣਨਾ ਭਗਤੀ ਹੈ, ਸਰਵਣ ਭਗਤੀ। ਜੇ ਕੋਈ ਸੁਣੇਗਾ ਤਾਂ ਹੀ ਉਹਨੂੰ ਪਤਾ ਲੱਗੇਗਾ ਨਾ। ਪਹਿਲਾਂ ਸੁਣਨਾ, ਸਭ ਤੋਂ ਸੁਣਨ ਨਾਲ ਹੀ ਬੰਦੇ ਦੀ ਇੱਛਾ ਪੈਦਾ ਹੁੰਦੀ ਹੈ। ਕਿਸੇ ਨੇ ਦੱਸ ਦਿੱਤਾ ਕਿ ਉੱਥੇ ਸੰਥਿਆ ਹੁੰਦੀ ਹੈ, ਪਾਠ ਸਿਖਾਉਂਦੇ ਹੈ, ਪਹਿਲਾਂ ਤਾਂ ਸੁਣਿਆ ਹੀ ਨਾ, ਸੁਣਨ ਨਾਲ ਫਿਰ ਸਿੱਖਣ ਦੀ ਇੱਛਾ ਬਣ ਗਈ। ਸੁਣਨ ਤੋਂ ਹੀ ਸਾਰਾ ਕੁਝ ਆਰੰਭ ਹੁੰਦਾ ਹੈ। ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਸਿੱਧੋ, ਸੁਣਨ ਨਾਲ ਹੀ ਸਿੱਧੀਆਂ ਨੂੰ ਪ੍ਰਾਪਤ ਜਿਹੜੇ ਤੁਸੀਂ ਹੋਏ ਬੈਠੇ ਹੋ ਨਾ ਸਿੱਧ ਲੋਕ, ਪਹਿਲਾਂ ਤੁਸੀਂ ਵੀ ਨਾਮ ਨੂੰ ਸੁਣਿਆ ਹੈ, ਨਾਮ ਦੀ ਮਹਿਮਾ ਨੂੰ ਸੁਣਿਆ, ਨਾਮ ਦੀ ਮਹਿਮਾ ਸੁਣ ਕਰਕੇ ਫਿਰ ਤੁਸੀਂ ਉਹਨੂੰ ਜਪਣਾ ਕੀਤਾ, ਜਪ ਕਰਕੇ ਫਿਰ ਸਿੱਧੀਆਂ ਨੂੰ ਪ੍ਰਾਪਤ ਹੋਏ, ਤਾਂ ਤੁਸੀਂ ਸਿੱਧ ਅਖਵਾਏ। ਸੁਣਿਆ ਸਿੱਧ, ਨਾਮ ਦੇ ਸੁਣਨ ਕਰਕੇ ਹੀ ਸਿੱਧ ਜਿਹੜੇ ਹਨ ਉਹ ਬਣਦੇ ਹਨ। ਇਹ ਨਾਮ ਦੇ ਸੁਣਨ ਕਰਕੇ ਹੀ ਜਿਹੜੇ ਪੀਰ ਹਨ, ਸਿੱਧ ਪੀਰ, ਜਿਹੜੀ ਪੀਰੀ ਪ੍ਰਾਪਤ ਹੋ ਜਾਣੀ, ਕਹਿੰਦੇ ਪਹਿਲਾਂ ਉਹਨਾਂ ਨੂੰ ਵੀ ਨਾਮ ਹੀ ਸੁਣਿਆ, ਨਾਮ ਦੀ ਮਹਿਮਾ ਨੂੰ ਸੁਣ ਕੇ ਫਿਰ ਨਾਮ ਨੂੰ ਜਪਿਆ ਤੇ ਫਿਰ ਉਹਨਾਂ ਨੂੰ ਪੀਰ ਵਾਲੀ ਪਦਵੀ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਅੱਗੇ ਕਹਿੰਦੇ ਹਨ ਸੁਰ, ਸੁਰ ਕਹਿੰਦੇ ਨੇ ਦੇਵਤਿਆਂ ਨੂੰ। ਆ ਜਿਹੜੀ ਦੇਵਤਿਆਂ ਨੂੰ ਵੱਡੀ ਪ੍ਰਾਪਤੀ ਹੋਈ ਹੈ ਨਾ ਦੇਵਤਿਆਂ ਵਾਲੀ, ਇਹ ਨਾਮ ਦੇ ਸੁਣਨ ਕਰਕੇ ਹੋਈ ਹੈ। ਸਿੱਧ ਪੀਰ ਸੁਰ ਨਾਥ, ਤੇ ਜਿਹੜੇ 9 ਨਾਥ ਹਨ, 84 ਸਿੱਧ ਹਨ, ਨਾਥਾਂ ਨੂੰ ਵੀ ਜਿਹੜੀ ਇਹ ਪਦਵੀ ਪ੍ਰਾਪਤ ਹੁੰਦੀ ਹੈ ਨਾਥ ਦੀ, ਕਹਿੰਦੇ ਇਹ ਸੁਣਨ ਕਰਕੇ ਪ੍ਰਾਪਤੀ ਹੁੰਦੀ ਹੈ। ਸੁਣਿਆ ਸਿੱਧ ਪੀਰ ਸੁਰਨਾਥ। ਤੇ ਨਾਥਾਂ ਦਾ ਵੱਡਾ ਜਿਹੜੇ 9 ਨਾਥ ਹੋਏ ਨੇ, ਗੋਰਖ ਨੂੰ ਇਹਨਾਂ ਦਾ ਮੁਖੀ ਮੰਨਿਆ, ਜੋਗੀਆਂ ਦਾ ਵੀ ਮੁਖੀ ਮੰਨਿਆ, ਨਾਥਾਂ ਦਾ ਵੀ ਮੁਖੀ ਮੰਨਿਆ।
6 ਜਤੀਆਂ ਦੇ ਵਿੱਚ ਵੀ ਇਹਦਾ ਨਾਮ ਆਉਂਦਾ ਹੈ। ਜਿਹਦੀ ਧੰਨ ਗੁਰੂ ਨਾਨਕ ਦੇਵ ਜੀ ਨਾਲ ਚਰਚਾ ਹੋਈ ਹੈ ਨਾ ਗੋਰਖ ਦੀ, ਇਹ ਕੋਈ ਮਾਮੂਲੀ ਹਸਤੀ ਨਹੀਂ ਸੀ, ਬਹੁਤ ਵੱਡਾ ਗਿਆਨ ਰੱਖਣ ਵਾਲਾ ਸੀ ਗੋਰਖ। ਆ ਜਿਹੜੀਆਂ ਦਵਾਈਆਂ ਆਪਾਂ ਵਰਤਦੇ ਹਾਂ ਨਾ, ਇਹ ਸਾਰੀ ਗੋਰਖ ਦੇ ਦਿਮਾਗ ਦੀ ਕਾਢ ਹੈ। ਸਾਰਾ ਉਸੇ ਨੇ ਚਲਾਇਆ ਹੈ, ਗੋਰਖ ਨੇ। ਰਹੋ ਵਿਚਾਰ। ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਨਾਥਾਂ ਦਾ ਵੱਡਾ ਹੈ ਗੋਰਖ, ਤੇ ਗੋਰਖ ਦਾ ਰੂਪ ਹੈ ਮਛੰਦਰ। ਕਹਿੰਦੇ ਉਹ ਵੀ ਸੁਣਨ ਨਾਲ ਹੀ ਬਣਿਆ। ਕਿਵੇਂ ਸੁਣਨ ਨਾਲ ਬਣਿਆ? ਪਾਰਵਤੀ ਨੇ ਆਖਿਆ ਸ਼ਿਵ ਜੀ ਨੂੰ ਕਿ ਤੁਸੀਂ ਤਾਂ ਅਮਰ ਹੋ, ਮਰਦੇ ਨਹੀਂ। ਮੈਂ ਜੰਮਣ ਮਰਨ ਦੇ ਵਿੱਚ ਪਈ ਰਹਿੰਦੀ ਹੈ, ਮੈਨੂੰ ਵੀ ਅਮਰ ਕਥਾ ਸੁਣਾਓ, ਮੈਂ ਵੀ ਅਮਰ ਹੋ ਜਾਵਾਂ। ਕਹਿੰਦੇ ਸਮੁੰਦਰ ਦੇ ਕਿਨਾਰੇ ਸ਼ਿਵ ਜੀ ਸੁਣਾਉਣ ਲੱਗੇ ਕਥਾ। ਕਥਾ ਸੁਣਦੀ ਪਾਰਵਤੀ ਸੌਂ ਗਈ। ਕਥਾ ਵਿੱਚ ਇੰਨਾ ਆਨੰਦ ਹੁੰਦਾ ਹੈ, ਕਥਾ ਵਿੱਚ ਇੰਨਾ ਸੁੱਖ ਹੁੰਦਾ ਹੈ ਕਿ ਨੀਂਦ ਬੜੀ ਆਉਂਦੀ ਕਥਾ ਸੁਣਦੇ ਹਾਂ। ਆਪਣੇ ਵਿੱਚ ਵੀ ਬਹੁਤ ਸੌਂ ਜਾਂਦੇ ਆ। ਫਿਰ ਮੈਨੂੰ ਦੱਸਦੇ ਆ ਮੈਂ ਸੌਂ ਗਿਆ ਸੀ, ਵਿਚਾਲੇ ਜੇ ਕੀ ਆ ਰਿਹਾ ਸੀ। ਇਹ ਪੁੱਛ ਵੀ ਲੈਂਦੇ, ਸੱਚ ਬੋਲ ਦਿੰਦੇ ਕਈ। ਕਿਉਂਕਿ ਕਥਾ ਜਿਹੜੀ ਹੈ, ਕੀਰਤਨ ਹੈ, ਇਹ ਫੁੱਲਾਂ ਦੀ ਸੇਜ ਹੈ, ਇੱਥੇ ਨੀਂਦ ਆ ਜਾਂਦੀ ਹੈ। ਇਹ ਡਰਾਮੇ ਵੇਖਣੇ, ਨਾਟਕ ਵੇਖਣੇ, ਕੰਡਿਆਂ ਦੀ ਸੇਜ ਹੈ, ਇੱਥੇ ਨੀਂਦ ਨਹੀਂ ਆਉਂਦੀ। ਰਹੋ ਵਿਚਾਰ। ਪਾਰਵਤੀ ਸੌਂ ਗਈ। ਇਹ ਸਮੁੰਦਰ ਦੇ ਨੇੜੇ ਇੱਕ ਮੱਛੀ ਸੀ, ਉਹ ਸੁਣਦੀ ਰਹੀ। ਇਹ ਸੁਣ ਕੇ ਟਿਕ ਗਈ ਉੱਥੇ। ਕਥਾ ਦੀ ਸਮਾਪਤੀ ਹੋਈ, ਪਾਰਵਤੀ ਵੀ ਜਾਗ ਪਈ। ਕਹਿਣ ਲੱਗੀ ਸਵਾਮੀ, ਮੱਛੀ ਤਾਂ ਬੜੀ ਚੰਚਲ ਹੁੰਦੀ ਹੈ, ਇਹ ਕਿਵੇਂ ਖੜੀ ਹੈ? ਇੱਕਦਮ ਟਿਕੀ ਖੜੀ ਹੈ। ਜੇ ਆਪਾਂ ਮਾਰੂ ਰਾਗ ਪੜ੍ਹਦੇ ਹਾਂ ਨਾ, ਮੇਨ ਕੀ ਚਪਲ ਸੇ ਯੁਕਤ ਮਨ ਰਾਖੀ ਹੈ, ਉਡੈਨਾ ਹੰਸਦਾ ਹੈ ਕੰਧ ਠੀਕ ਹੈ। ਜਿਵੇਂ ਮੱਛੀ ਚੰਚਲ ਹੁੰਦੀ ਹੈ, ਮਨ ਵੀ ਚੰਚਲ ਹੈ। ਮੱਛੀ ਵੀ ਟਿਕਦੀ ਨਹੀਂ, ਮਨ ਵੀ ਟਿਕਦਾ ਨਹੀਂ। ਉੱਥੇ ਪਾਰਵਤੀ ਕਹਿਣ ਲੱਗੀ ਮੱਛੀ ਟਿਕੀ ਕਿਵੇਂ ਖੜੀ ਹੈ? ਇਹ ਤਾਂ ਟਿਕਦੀ ਨਹੀਂ ਹੁੰਦੀ, ਪਾਣੀ ਵਿੱਚ ਦੌੜੀ ਫਿਰਦੀ ਹੈ। ਸ਼ਿਵ ਜੀ ਨੇ ਆਖਿਆ ਪਾਰਵਤੀ ਤੂੰ ਤਾਂ ਸੌਂ ਗਈ ਸੀ, ਮੱਛੀ ਨੇ ਅਮਰ ਕਥਾ ਸੁਣ ਲਈ, ਜਿਹਦੇ ਕਰਕੇ ਇਹਦੇ ਵਿੱਚ ਟਿਕਾਅ ਪੈਦਾ ਹੋ ਗਿਆ। ਪਾਰਵਤੀ ਨੇ ਪੁੱਛ ਲਿਆ ਇਹਨੂੰ ਫਲ ਕੀ ਮਿਲੇਗਾ ਅਮਰ ਕਥਾ ਦਾ? ਕਹਿਣ ਲੱਗੇ ਫਲ ਇਹਨੂੰ ਇਹ ਮਿਲੇਗਾ, ਇਹਦੇ ਅੰਦਰੋਂ ਇੱਕ ਜੋਗੀ ਪੈਦਾ ਹੋਏਗਾ ਇਹਦੇ ਪੇਟ ਤੋਂ। ਉਹਦਾ ਨਾਮ ਸੀ ਮਛੰਦਰਨਾਥ। ਮੱਛੀ ਦੇ ਪੇਟੋਂ ਹੋਣ ਕਰਕੇ ਇਹਦਾ ਨਾਮ ਮਛੰਦਰਨਾਥ ਸੀ। ਪੁਰਾਤਨ ਗ੍ਰੰਥਾਂ ਵਿੱਚ ਕਾਰਨੇ ਦਾ ਇਉਂ ਲਿਖਿਆ ਹੈ, ਜਦੋਂ ਦੇਵਤਿਆਂ ਨੇ ਸਮੁੰਦਰ ਰਿੜਕਿਆ ਨਾ, ਉਦੋਂ 14 ਰਤਨ ਕੱਢੇ। 14 ਤੇ 14 ਰਤਨ ਜਦੋਂ ਵੰਡਣ ਲੱਗੇ, ਉਸ ਵੰਡਣ ਮੌਕੇ ਰੌਲਾ ਪੈ ਗਿਆ। ਦੇਵਤੇ ਕਹਿਣ ਅਸੀਂ ਅੰਮ੍ਰਿਤ ਪੀਣਾ ਹੈ, ਸ਼ਰਾਬ ਜਿਹੜੀ ਰਾਖਸ਼ਾਂ ਨੂੰ ਦੇ ਦਿਓ। ਤੇ ਰਾਖਸ਼ ਕਹਿਣ ਲੱਗੇ ਅਸੀਂ ਅੰਮ੍ਰਿਤ ਪੀਣਾ ਹੈ, ਸ਼ਰਾਬ ਦੇਵਤਿਆਂ ਨੂੰ ਦੇ ਦਿਓ। ਇੱਥੇ ਹੁਣ ਬੜਾ ਆਪਸ ਵਿੱਚ ਦੀ ਰੌਲਾ ਪਿਆ। ਉਸ ਟਾਈਮ ਕਹਿੰਦੇ ਵਿਸ਼ਨੂੰ ਨੇ ਮੋਹਣੀ ਰੂਪ ਧਾਰਨ ਕੀਤਾ। ਮੋਹਣੀ ਤੋਂ ਭਾਵ ਜਿਹੜਾ ਵੇਖੇ ਮੋਹਿਆ ਜਾਵੇ, ਦੇਖਦਾ ਹੀ ਰਹਿ ਜਾਏ। ਤੇ ਉਸ ਟਾਈਮ ਮੋਹਣੀ ਰੂਪ ਧਾਰਨ ਕਰਕੇ ਨਾ ਵਿਸ਼ਨੂੰ ਆ ਗਿਆ, ਕਹਿਣ ਲੱਗਾ ਮੈਂ ਵੰਡ ਕਰ ਦਿਆਂ ਤੁਹਾਡੀ। ਤੇ ਰਾਖਸ਼ ਜਿਹੜੇ ਸੀ ਇੱਕ ਟੱਕ ਦੇਖਣ ਲੱਗੇ ਮੋਹਣੀ ਸਰੂਪ ਨੂੰ, ਕਹਿਣ ਲੱਗੇ ਤੁਸੀਂ ਕਰ ਦਿਓ, ਸਾਨੂੰ ਮਨਜ਼ੂਰ ਹੈ। ਉਸ ਟਾਈਮ ਕਹਿੰਦੇ 2 ਰੱਖੜੀਆਂ ਵਾਲਾ ਭਾਂਡਾ ਬਣਾ ਲਿਆ ਉਹਨੇ, ਵਿਸ਼ਨੂੰ ਨੇ। ਇੱਕ ਪਾਸੇ ਅੰਮ੍ਰਿਤ ਪਾ ਲਿਆ ਤੇ ਦੂਸਰੇ ਪਾਸੇ ਸ਼ਰਾਬ ਪਾ ਲਈ। ਪੰਗਤਾਂ ਲਾ ਲਈਆਂ, ਇੱਕ ਪਾਸੇ ਆਖਿਆ ਰਾਖਸ਼ਾਂ ਨੂੰ ਤੁਸੀਂ ਬਹਿ ਜਾਓ, ਇੱਕ ਪਾਸੇ ਦੇਵਤਿਆਂ ਨੂੰ ਆਖਿਆ ਤੁਸੀਂ ਬਹਿ ਜਾਓ। ਜਦੋਂ ਜਾਂਦੇ ਹਨ ਦੇਵਤਿਆਂ ਵਾਲੇ ਪਾਸੇ, ਉਦੋਂ ਤਾਂ ਅੰਮ੍ਰਿਤ ਵਾਲਾ ਪਾਸਾ ਕਰ ਦਿੰਦੇ ਨੇ, ਤੇ ਜਦੋਂ ਰਾਖਸ਼ਾਂ ਵਾਲੇ ਪਾਸੇ ਜਾਂਦੇ ਹਨ ਉਦੋਂ ਸ਼ਰਾਬ ਵਾਲਾ ਪਾਸਾ ਕਰ ਦਿੰਦੇ ਨੇ। ਤੇ ਕਹਿੰਦੇ ਇੱਕ ਦੈਂਤ ਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਧੋਖਾ ਹੋ ਰਿਹਾ ਹੈ। ਉਹਦਾ ਨਾਮ ਸੀ ਰਾਹੂ। ਉਹ ਆ ਕੇ ਦੇਵਤਿਆਂ ਵਾਲੇ ਪਾਸੇ ਬਹਿ ਗਿਆ ਤੇ ਉਹਨੇ ਵੀ ਪੀ ਲਿਆ ਅੰਮ੍ਰਿਤ। ਜਦੋਂ ਵਿਸ਼ਨੂੰ ਨੂੰ ਪਤਾ ਲੱਗਿਆ ਕਿ ਇਹਨੇ ਅੰਮ੍ਰਿਤ ਪੀ ਲਿਆ ਹੈ, ਕਹਿਣ ਲੱਗਾ ਕੱਟ ਦਈਏ ਇਹਨੂੰ, ਸਿਰ ਕੱਟ ਦਈਏ। ਅੰਮ੍ਰਿਤ ਜਿਹੜਾ ਰਾਖਸ਼ ਦਾ ਅਮਰ ਹੋਣਾ ਮਾੜਾ ਹੈ। ਜਦੋਂ ਕੱਟਿਆ ਤੇ ਇੱਕ ਹੋਰ ਬਣ ਗਿਆ ਕੇਤੂ, 2 ਬਣ ਗਏ।
ਜਦੋਂ ਤੀਸਰੀ ਆਦੀ ਕੱਟਣ ਲੱਗੇ, ਨਾਰਦ ਨੇ ਆਖਿਆ ਤੇਰੀ ਅੰਮ੍ਰਿਤ ਦਾ ਕੀ ਫਾਇਦਾ ਹੈ? ਕਹਿਣ ਲੱਗੇ ਮਰਦਾ ਨਹੀਂ। ਕਹਿਣ ਲੱਗੇ ਇੱਕ ਤੋਂ ਦੋ ਬਣਾਤੇ, ਹੁਣ ਤੀਜਾ ਕਿਉਂ ਬਣਾਉਣਾ ਹੈ? ਫਿਰ ਰਹੋ ਵਿਚਾਰ। ਇੱਕ ਵਾਰੀ ਸ਼ਿਵ ਜੀ ਨੇ ਆਖਿਆ ਵਿਸ਼ਨੂੰ ਨੂੰ, ਹੇ ਭਗਵਾਨ, ਜਦੋਂ ਤੁਸੀਂ ਮੋਹਣੀ ਸਰੂਪ ਧਾਰਨ ਕੀਤਾ ਸੀ ਉਹ ਕਿਹੋ ਜਿਹਾ ਸੀ, ਮੈਨੂੰ ਦਿਖਾਓ। ਤੇ ਵਿਸ਼ਨੂੰ ਨੇ ਆਖਿਆ, ਸ਼ਿਵ ਜੀ ਤੇਰਾ ਮਨ ਕਾਬੂ ਵਿੱਚ ਨਹੀਂ ਰਹੇਗਾ, ਤੂੰ ਰਹਿਣ ਦੇ ਨਾ ਵੇਖ। ਪਰ ਜਿੱਦ ਪੈ ਗਿਆ, ਕਹਿਣ ਲੱਗਾ ਦਿਖਾਓ। ਜਦੋਂ ਬਹੁਤਾ ਕਹਿਣ ਤੇ ਵਿਸ਼ਨੂੰ ਨੇ ਦਿਖਾਇਆ ਉਹਨੂੰ ਆਪਣਾ ਰੂਪ, ਤੇ ਏਡਾ ਸੋਹਣਾ ਸਰੂਪ ਸੀ, ਸ਼ਿਵ ਜੀ ਉਹਦੇ ਮਗਰ ਦੌੜ ਪਿਆ ਵੀ ਇਹਨੂੰ ਮੈਂ ਅਪਣਾ ਲਵਾਂ, ਇਹ ਨਾਲ ਸ਼ਾਦੀ ਕਰਾ ਲਵਾਂ, ਇਹ ਤੇ ਆਦਿ ਬੜਾ ਦੌੜਿਆ। ਪੁਰਾਤਨ ਮਤ ਵਿੱਚ ਸਾਰੀਆਂ ਸਾਖੀਆਂ ਆਉਂਦੀਆਂ ਨੇ, ਭਾਗਵਤ ਪੁਰਾਣ ਵਿੱਚ ਵਿਸ਼ੇਸ਼ ਕਰਕੇ ਇਹ ਕਥਾ ਆਉਂਦੀ ਹੈ। ਉਹ ਕਹਿੰਦੇ ਸਮੁੰਦਰ ਦੇ ਕਿਨਾਰੇ ਜਦੋਂ ਉਹਦਾ ਵੀਰ ਡਿੱਗ ਗਿਆ, ਉਹ ਮੱਛੀ ਖਾ ਗਈ, ਜਿਹਦੇ ਕਰਕੇ ਉਹਦੇ ਪੇਟੋਂ ਫਿਰ ਮਛੰਦਰ ਨਾਥ ਪੈਦਾ ਹੋਇਆ। ਕਹਿਣ ਸੁਣਾਉਣ ਤੋਂ ਭਾਵ ਇਹ ਸੀ ਵੀ ਕਿਵੇਂ ਇਹ ਗੱਲ ਸਾਰੀ ਕਹਾਣੀ ਬਣੀ। ਉਹ ਮਛੰਦਰ ਨਾਥ ਜਿਹੜਾ ਗੋਰਖ ਦਾ ਗੁਰੂ ਸੀ, ਤੇ ਹੋਇਆ ਕਿਵੇਂ? ਸੁਣਿਆ ਸਿੱਧ ਪੀਰ ਸੁਰ ਨਾਥ। ਨਾਥ ਤਾਂ ਹੈ ਗੋਰਖ ਵੱਡਾ, ਤੇ ਗੋਰਖ ਦਾ ਵੀ ਗੁਰੂ ਜਿਹੜਾ ਮਛੰਦਰ ਨਾਥ ਹੈ, ਉਹ ਨਾਮ ਦੇ ਸੁਣਨ ਕਰਕੇ ਸਿੱਧੋ ਪੈਦਾ ਹੋਇਆ। ਨਾਮ ਦੇ ਸੁਣਨ ਕਰਕੇ ਉਹਨੂੰ ਨਾਥ ਦੀ ਪ੍ਰਾਪਤੀ ਹੋਈ ਹੈ। ਇਸ ਕਰਕੇ ਨਾਮ ਦੇ ਸੁਣਨ ਕਰਕੇ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਤੇ ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਦਿੰਦੇ ਨੇ, ਗੋਰਖ ਜਤੀ ਸਦਾਏ ਦਾ ਤਿਸ ਗੁਰ ਘਰ ਬਾਰੀ। ਗੋਰਖ ਜੋਗੀ ਜਾਗਦਾ, ਗੁਰ ਮਛੰਦਰ ਧਰੀ ਸੋ ਧਰੇਲਾ। ਤੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਗੋਰਖ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਮੇਰੇ ਗੁਰੂ ਨੂੰ ਸਿੱਖਿਆ ਦਿਓ। ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਸੁਣ ਮਾਛਿੰਦਰਾ ਨਾਨਕ ਬੋਲੇ ਵਸਕਤ ਪੰਚ ਕਰੈ ਨਹੀਂ ਡੋਲੇ। ਇਹ ਕਿਉਂ ਆਖਿਆ ਸਤਿਗੁਰਾਂ ਨੇ? ਇਹ ਡੋਲ ਗਿਆ ਸੀ ਮਛੰਦਰ ਵੀ, ਜਿਹੜਾ ਨਾਥਾਂ ਦਾ ਨਾਥ ਸੀ ਨਾ, ਡੋਲਿਆ ਇਉਂ ਸੀ, ਰਾਜਾ ਮਰ ਗਿਆ ਸਿੰਗਲਾਦੀਪ ਦਾ, ਰਾਣੀਆਂ ਉਹਦੀਆਂ ਰੋ ਰਹੀਆਂ ਸਨ, ਇਹ ਚਲਾ ਗਿਆ। ਜਦੋਂ ਦੇਖਿਆ ਉਹਦੀ ਰਾਣੀ ਸੀ ਪਦਮਨੀ, ਬੜੀ ਸੁੰਦਰ, ਉਹਨੂੰ ਦੇਖ ਕੇ ਇਹਦਾ ਮਨ ਲੁਭਾਇਮਾਨ ਹੋ ਗਿਆ। ਜਿਹੜਾ ਆਪਣਾ ਇਹਦਾ ਅੰਤਰੀਵ ਆਤਮਾ ਸੀ ਨਾ, ਉਹ ਰਾਜੇ ਦੇ ਵਿੱਚ ਪਾ ਦਿੱਤੀ ਇਹਨੇ। ਰਾਜਾ ਤਾਂ ਮਾਰੀ ਚੁੱਕਿਆ ਸੀ, ਸਰੀਰ ਉਹਦਾ ਉਠਾ ਲਿਆ ਆਪਣੀ ਆਤਮਾ ਪਾ ਕੇ, ਵੀ ਉੱਥੇ ਰਾਣੀ ਨਾਲ ਰਹਿੰਦਾ ਰਿਹਾ। ਤੇ ਗੋਰਖ ਨੂੰ ਆਖ ਕੇ ਗਿਆ ਸੀ, ਜੇ ਮੈਂ ਕਿਤੇ ਫਸ ਜਾਵਾਂ ਮੈਨੂੰ ਕੱਢ ਲਿਆਈ। ਹੁਣ ਇਹ ਐਸਾ ਆਨੰਦਾਂ ਵਿੱਚ ਰਸਾਂ ਵਿੱਚ ਖਚਤ ਹੋਇਆ, ਕਹਿਣ ਲੱਗਾ ਜੋਗੀ ਨਾ ਸ਼ਹਿਰ 'ਚ ਵੜੇ ਕੋਈ। ਜੋਗੀਆਂ ਦਾ ਬੰਦ ਹੀ ਕਰ ਦਿੱਤਾ, ਕਿਉਂਕਿ ਗੋਰਖ ਆਏਗਾ ਮੈਨੂੰ ਕੱਢ ਕੇ ਲਿਜਾਏਗਾ। ਤੇ ਗੋਰਖ ਨੂੰ ਵੀ ਪਤਾ ਲੱਗ ਗਿਆ। ਕਹਿੰਦੇ ਗੋਰਖ ਫਿਰ ਨਾ ਜਿਹੜੇ ਗਾਉਣ ਵਾਲੇ ਹੁੰਦੇ ਨੇ, ਕੰਜਰ ਲੋਕ ਮੁਜਰੇ ਕਰਦੇ, ਉਹਨਾਂ ਨਾਲ ਗਿਆ ਰਲ ਕੇ, ਨਾਚਾ ਬਣ ਕੇ ਗਿਆ। ਫਿਰ ਜਦੋਂ ਨੱਚਦਾ ਹੈ ਨਾ, ਤੇ ਉੱਥੇ ਕਹਿੰਦਾ ਜਾਗ ਮਛੰਦਰ ਗੋਰਖ ਆਏ, ਜਾਗ ਉੱਥੋਂ ਜਾ ਕੇ ਕੱਢ ਕੇ ਲਿਆਇਆ। ਤੇ ਭਾਈ ਗੁਰਦਾਸ ਜੀ ਕਹਿੰਦੇ ਗੋਰਖ ਜਤੀ ਤਾਂ ਸਦਾਉਂਦਾ ਹੈ, ਪਰ ਉਹਦਾ ਗੁਰੂ ਘਰ ਬਾਰ ਬਣਾ ਬੈਠਾ। ਗੁਰ ਮਛੰਦਰ ਧਰੀ ਸੋ ਧਰੇਲਾ। ਇਹ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਕਹਿੰਦੇ ਜਿਹੜੇ ਗੁਰੂ ਕੇ ਸਿੱਖਾਂ ਨੂੰ ਜਾਗਦੇ ਹਨ, ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਉਦਾਸ ਰਹਿੰਦੇ ਨੇ। ਪਰ ਜਿਹੜੇ ਕੇਵਲ ਸਦਾਉਣ ਵਾਲੇ ਨੇ, ਕਹਿੰਦੇ ਗੋਰਖ ਜਤੀ ਸਦਾਉਂਦਾ ਸੀ, ਤੇ ਉਹਦੇ ਗੁਰੂ ਨੇ ਧਰੀ ਸੋ ਧਰੇਲਾ, ਭਾਵ ਇਸਤਰੀ ਨੂੰ ਧਾਰਨ ਕਰ ਲਿਆ। ਰਹੋ ਵਿਚਾਰ। ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਏਡੇ ਵੱਡੇ ਸਿੱਧ ਹੋਏ ਹਨ, ਉਹ ਨਾਮ ਦੇ ਸੁਣਨ ਕਰਕੇ ਹੋਏ ਨੇ। ਤੇ ਜਦੋਂ ਨਾਮ ਨਾਲੋਂ ਟੁੱਟ ਗਏ, ਫਿਰ ਉਹ ਗ੍ਰਸਤ ਦੇ ਬੰਧਨਾਂ ਵਿੱਚ ਫਸ ਗਏ। ਇੱਥੇ ਸੁਣਨ ਦੀ ਮਹਾਤਮ ਸਤਿਗੁਰੂ ਜੀ ਦੱਸ ਰਹੇ ਨੇ। ਸੁਣਿਆ ਸਿੱਧ ਪੀਰ ਸੁਰ ਨਾਥ। ਨਾਮ ਦੇ ਸੁਣਨ ਦਾ ਏਡਾ ਵੱਡਾ ਮਹਾਤਮ ਹੈ ਕਿ ਸਿੱਧ ਵੀ ਨਾਮ ਜਪ ਕੇ ਬਣਦੇ ਨੇ, ਪੀਰ ਵੀ ਨਾਮ ਜਪ ਕੇ, ਨਾਮ ਨੂੰ ਸੁਣਨ ਕਰਕੇ ਬਣਦੇ ਨੇ। ਤੇ ਜਿਹੜੇ ਦੇਵਤੇ ਹਨ ਜਾਂ ਨਾਥ ਹਨ, ਨਾਮ ਦੇ ਸੁਣਨ ਕਰਕੇ ਬਣਦੇ ਹਨ। ਇਹ ਗਿਆਨ ਦਾ ਪਹਿਲਾ ਸਾਧਨ ਹੈ, ਨਾਮ ਦਾ ਸੁਣਨਾ। 4 ਪੌੜੀਆਂ ਵਿੱਚ ਸਤਿਗੁਰੂ ਜੀ ਸੁਣਨ ਦਾ ਮਹੱਤਵ ਦੱਸਦੇ ਨੇ, ਤੇ ਫਿਰ ਅੱਗੇ ਮੰਨਣ ਦਾ ਦੱਸਣਗੇ 4 ਪੌੜੀਆਂ ਵਿੱਚ। ਫਿਰ ਅੱਗੇ 4 ਪੌੜੀਆਂ ਵਿੱਚ ਜਿਨ੍ਹਾਂ ਨੇ ਨਾਮ ਸੁਣਿਆ,
ਜਿਨ੍ਹਾਂ ਨੇ ਮੰਨਿਆ ਉਹਨਾਂ ਨੂੰ ਕੀ ਕੁਝ ਪ੍ਰਾਪਤ ਹੋਇਆ, ਉਹ ਅੱਗੇ ਕੀ ਉਹਨਾਂ ਦੇ ਕਰਤੱਵ ਕੀ ਹਨ, ਤੇ ਕਿਵੇਂ ਪਰਮੇਸ਼ਰ ਤੱਕ ਉਹਨਾਂ ਦੀ ਪਹੁੰਚ ਬਣਦੀ ਹੈ। ਸਤਿਗੁਰੂ ਜੀ ਇਹ ਪੌੜੀ ਦਰ ਪੌੜੀ ਲੜੀਬੱਧ ਕਥਾ, ਲੜੀਬੱਧ ਬਾਣੀ ਉਚਾਰਨ ਕਰ ਰਹੇ ਹਨ। ਆਪਾਂ ਇਹ ਸਹਿਜੇ ਸਹਿਜੇ ਇਸ ਦੀ ਵਿਚਾਰ ਕਰਾਂਗੇ। ਆਇਆ ਜ਼ਰੂਰ ਕਰੋ ਤਾਂ ਕਿ ਇਹ ਵਿਚਾਰ ਵਿਚਾਰੇ ਟੁੱਟੇ ਨਾ, ਲੜੀਵਾਰ ਆਪਾਂ ਸੁਣ ਸਕੀਏ। ਸਮੇਂ ਨਾਲ ਸਾਰੇ ਦਰਸ਼ਨ ਦਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਨੂੰ ਇੱਕ ਭਾਈ ਸੁਖਬੀਰ ਸਿੰਘ ਨੇ ਬੇਨਤੀ ਕੀਤੀ ਹੈ, ਉਹਨਾਂ ਦੇ ਘਰ ਪ੍ਰੋਗਰਾਮ ਹੈ। ਇੱਥੇ ਤੁਸੀਂ ਦੱਸੋ ਗੁਰਮੇਲ ਸਿੰਘ, ਇਹ ਕਿਹੜੀ ਜਗ੍ਹਾ ਹੈ?